अस्सलाम वालेकुम। वालेकुम सलाम जी। भाईजान की हाल है ਤੁਹਾਡਾ? जी शुक्र अल्लाह दा भाईजान। ਕੀ ਨਾਂ ਹੈ ਜੀ ਮੇਰੇ ਭਾਈ ਦਾ? मोहम्मद बूटा जी। ਮੁਹੰਮਦ ਬੂਟਾ ਸਾਹਿਬ, ਤੁਹਾਡਾ ਇਲਾਕਾ ਕਿਹੜਾ ਹੈ? आरफ वाला जी। ਆਰਫ ਵਾਲਾ। ਆਰਫ ਵਾਲਾ ਜਿਹੜਾ ਵੇ ਗੜ ਸਮਝਿਆ ਜਾਂਦਾ ਹੈ ਮੱਝਾਂ ਦੇ ਹਵਾਲੇ ਨਾਲ। जी बिल्कुल। ਤੁਹਾਡੇ ਕੋਲ ਅਸੀਂ ਇਹ ਮਾਲੂਮਾਤ ਲਵਾਂਗੇ ਕਿ ਅਗਰ ਕਿਸੇ ਬੰਦੇ ਨੇ ਆਰਫ ਵਾਲੇ ਜਾ ਕੇ ਮੱਝਾਂ ਲੈਣੀਆਂ ਹੋਣ जी ਉਹਦਾ ਕੀ ਪ੍ਰੋਸੈਸ ਹੈ ਔਰ ਕਿਹੜੀਆਂ-ਕਿਹੜੀਆਂ ਮੰਡੀਆਂ ਨੇ? ਸਭ ਤੋਂ ਪਹਿਲੇ ਮੰਡੀਆਂ ਦੇ ਨਾਮ ਦੱਸਿਓ जी ਔਰ ਉਹਨਾਂ ਦੇ ਦਿਨ ਵੀ ਦੱਸਿਓ। ठीक है भाई। साढ़े जड़ी ना मंडी आरफ वाला सब तो मशहूर मंडी है ਤੇ ਉਹ 10 11 ਤੇ 12 13 ਤਰੀਕ ਤੱਕ ਰਹਿੰਦੀ ਆ। ਠੀਕ ਹੋ ਗਿਆ। ਤੇ ਬਹੁਤ ਅੱਛੀ ਮੰਡੀ ਆ ਤੇ ਬੜੇ ਦੂਰੋਂ ਲੋਕ ਮਾਲ ਲੈ ਕੇ ਆਂਦੇ ਆ ਤੇ ਬੜਾ ਅੱਛਾ ਮਾਲ ਲੈ ਕੇ ਆਂਦੇ ਆ। ਤੇ ਯਾਨੀ ਇਹ ਮੰਡੀ ਤੁਹਾਡੀ ਨਜ਼ਰ 'ਚ ਸਭ ਤੋਂ ਨੰਬਰ 1 ਹੈ? ਜੀ ਨੰਬਰ 1 ਹੈ ਜੀ ਆਰਫ ਵਾਲਾ ਮੰਡੀ। ਦੂਸਰੇ ਨੰਬਰ ਤੇ ਮੰਡੀ ਚੀਚਾ ਨਹੀਂ ਲੱਗਦੀ ਹੈ ਜੀ ਤੇ ਉੱਥੇ ਵੀ ਬੜਾ ਚੰਗਾ ਮਾਲ ਆ ਜਾਂਦਾ ਵਾ। ਠੀਕ ਹੈ ਜੀ। ਤੇ ਉਸ ਤੋਂ ਇਲਾਵਾ ਮੰਡੀ ਆ ਕਾੜਾ, ਜਿਹਨੂੰ ਗੈਂਬਰ ਵੀ ਕਿਹਾ ਜਾਂਦਾ ਵਾ ਤੇ ਕਾੜੇ ਵਾਲੀ ਮੰਡੀ ਵੀ ਕਿਹਾ ਜਾਂਦਾ ਵਾ। ਉੱਥੇ ਵੀ ਮਾਲ ਚੰਗਾ ਆ ਜਾਂਦਾ, ਬੜੇ ਚੰਗੇ ਇਲਾਕਿਆਂ ਦਾ ਮਾਲ ਆ ਜਾਂਦਾ ਉੱਥੇ ਵੀ। ਇਹ ਤਿੰਨ ਵੱਡੀਆਂ ਮੰਡੀਆਂ ਦੱਸੀਆਂ ਜੀ। ਇਹ ਵੱਡੀਆਂ ਮੰਡੀਆਂ। ਇਸ ਤੋਂ ਇਲਾਵਾ ਛੋਟੀਆਂ ਮੰਡੀਆਂ ਜਿਹੜੀਆਂ ਆਮ ਲੱਗਦੀਆਂ ਹੁਣ? ਉਹ ਹਫਤੇ ਵਾਲੀਆਂ ਮੰਡੀਆਂ ਲੱਗਦੀਆਂ ਵਾ। ਲੁੱਡਣ ਲੱਗ ਗਈ। ਠੀਕ ਹੈ। ਮਰਲੇ ਲੱਗ ਗਈ। ਠੀਕ ਹੈ। ਹਾਂਜੀ। ਅੱਛਾ, ਇਹਨਾਂ ਦੇ ਦਿਨ ਕਿਹੜੇ ਨੇ? ਕਿਹੜੇ ਦਿਨ ਲੱਗਦੀ ਹੈ ਜਿਹੜੀ ਇਹ ਆਰਫ ਵਾਲੀ ਮੰਡੀ? ਇਹ ਹੁੰਦੀ ਹੈ 10 11 12 ਤੇ 13 ਤਰੀਕ ਨੂੰ। ਜਿਹੜੀ ਚੀਚਾ ਦੀ ਮੰਡੀ ਹੁੰਦੀ ਹੈ ਉਹ ਹੁੰਦੀ ਹੈ 20 21 22 23 ਤਰੀਕ ਨੂੰ। ਤੇ ਜਿਹੜੀ ਗੈਂਬਰ ਮੰਡੀ ਹੁੰਦੀ ਉਹ ਹੁੰਦੀ ਹੈ 4 5 6 7 ਤਰੀਕ ਨੂੰ ਜੀ। ਯਾਨੀ ਜਿਹੜੇ ਬੰਦੇ ਨੇ ਉਧਰ ਮੱਝਾਂ ਲੈਣ ਜਾਣੀਆਂ ਨੇ ਉਹ ਇਹ ਤਰੀਕਾਂ ਨੋਟ ਕਰ ਲੈ ਜੀ। ਇਹ ਤਰੀਕਾਂ ਨੋਟ ਕਰ ਲਵੇ ਜੀ। ਹੁਣ ਇਹ ਦੱਸਿਓ ਕਿ ਉੱਥੇ ਜਾ ਕੇ ਮੱਝਾਂ ਲੈਣ ਦਾ ਕੀ ਤਰੀਕਾਕਾਰ ਹੈ? ਯਾਨੀ ਇਹ ਮੱਝਾਂ ਜਿਹੜੀਆਂ ਉਹਨਾਂ ਨੇ ਅੱਡੇ ਲਗਾਏ ਹੁੰਦੇ ਨੇ ਉਹਨਾਂ ਨੇ, ਜਾਂ ਵਪਾਰੀ ਬੈਠੇ ਹੁੰਦੇ ਨੇ, ਜਾਂ ਚੱਕ ਨੇ, ਕੀ ਹਿਸਾਬ ਕਿਤਾਬ ਹੈ? ਨਹੀਂ ਉੱਥੇ ਮੰਡੀ ਲੱਗੀ ਹੁੰਦੀ ਹੈ। ਮੰਡੀ ਤੋਂ ਇਲਾਵਾ ਜੇ ਤੁਸੀਂ ਗਾਉਂ ਦੇ ਵਿੱਚੋਂ ਮਾਲ ਲਓਗੇ ਤੇ ਫਿਰ ਤੁਹਾਨੂੰ ਤੁਰ ਫਿਰ ਕੇ ਮਾਲ ਲੈਣਾ ਪਏਗਾ, ਜ਼ਿਮੀਂਦਾਰਾਂ ਕੋਲੋਂ ਮਾਲ ਲੈਣਾ ਪਏਗਾ। ਠੀਕ ਹੈ। ਅਗਰ ਮੰਡੀ ਜਾਓਗੇ ਤੇ ਫਿਰ ਉੱਥੇ ਵਪਾਰੀ ਮਾਲ ਲੈ ਕੇ ਬੈਠੇ ਹੁੰਦੇ ਆ। ਸਹੀ ਹੈ। ਹਾਂਜੀ। ਤੇ ਬਿਹਤਰ ਤੁਹਾਡੀ ਨਜ਼ਰ 'ਚ ਕਿਹੜਾ ਰਹਿੰਦਾ, ਮੰਡੀ ਜਾਂ ਫਿਰ ਫੇਰ ਟੁਰ ਕੇ ਲੈਣਾ? ਨਹੀਂ, ਜ਼ਿਆਦਾ ਬਿਹਤਰ ਤਾਂ ਰਹਿੰਦਾ ਟੁਰ ਫਿਰ ਕੇ ਲੈਣਾ, ਕਿਉਂਕਿ ਤੁਸੀਂ ਚੰਗਾ ਡੰਗਰ ਜਿਹੜਾ ਨਾ ਉਹ ਜ਼ਿਮੀਂਦਾਰ ਕੋਲੋਂ ਲੈ ਸਕਦੇ ਆ। ਅਸੀਂ ਸੁਣਿਆ ਕਿ ਮੰਡੀ ਵੀ ਬਿਹਤਰ ਹੈ ਕਿਉਂਕਿ ਉੱਥੇ ਵਨ ਦਾ ਡੰਗਰ ਆਇਆ ਹੁੰਦਾ। ਨਹੀਂ, ਉੱਥੇ ਫਿਰ ਤੁਹਾਨੂੰ ਕਨਫਰਮ ਤਾਂ ਨਹੀਂ ਨਾ ਵੀ ਇਹ ਸਾਡੀ ਜੂਹ ਦਾ ਡੰਗਰ ਆ ਜਾਂ ਬਾਹਰੋਂ ਆਇਆ ਹੋਇਆ ਡੰਗਰ ਆ। ਸਹੀ ਹੈ। ਹਾਂਜੀ, ਕਿਉਂਕਿ ਬਾਹਰ ਕਈਆਂ ਇਲਾਕਿਆਂ ਦਾ ਮਾਲ ਹੋਰ ਵੀ ਤੇ ਉੱਥੇ ਆ ਸਕਦਾ ਨਾ ਜੀ। ਬਿਲਕੁਲ ਸਹੀ ਹੈ ਜੀ। ਅੱਛਾ, ਹੁਣ ਅਸੀਂ ਮੰਡੀ ਪਹੁੰਚ ਗਏ, ਉਸ ਇਲਾਕੇ 'ਚ ਪਹੁੰਚ ਗਏ, ਇਹਨਾਂ ਤਰੀਕਾਂ ਦੇ ਮੁਤਾਬਕ ਕਿਹੜੀ ਗੱਲ ਦਾ ਖਿਆਲ ਰੱਖੀਏ ਤਾਂ ਕਿ ਸਾਨੂੰ ਨੁਕਸਾਨ ਨਾ ਹੋਏ, ਦਾ ਨਾ ਲੱਗੇ? ਤੁਸੀਂ ਸਭ ਤੋਂ ਖਰੀਦਣ ਦੇ ਟਾਈਮ ਤੇ ਮੱਝ ਦੀ ਧੁੰਨੀ ਕੋਲੀ ਦਾ ਖਿਆਲ ਰੱਖਣਾ ਵਾ। ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ? ਧੁੰਨੀ ਬਿਲਕੁਲ ਛੋਟੀ ਹੋਣੀ ਚਾਹੀਦੀ ਹੈ। ਕੋਲੀ ਛੋਟੀ ਹੋਣੀ ਚਾਹੀਦੀ ਆ। ਬਾਜ਼ ਘਾਟ ਜਾਨਵਰਾਂ ਦੀਆਂ ਨਾ ਬਹੁਤ ਵੱਡੀਆਂ ਕੋਲੀਆਂ ਹੁੰਦੀਆਂ ਨੇ, ਬਹੁਤ ਵੱਡੀ ਧੁੰਨੀ ਹੁੰਦੀ ਹੈ। ਉਹ ਸਾਡੇ ਇਲਾਕੇ ਦੀ ਮੱਝ ਨਹੀਂ। ਅੱਛਾ। ਹਾਂਜੀ। ਧੁੰਨੀ ਕੋਲੀ ਤੋਂ ਇਲਾਵਾ? ਧੁੰਨੀ ਕੋਲੀ ਤੋਂ ਇਲਾਵਾ ਮੱਝ ਦਾ ਸਿੰਘ ਜਿਹੜਾ ਉਹ ਸੋਹਣਾ ਹੋਣਾ ਚਾਹੀਦਾ, ਗਰਦਨ ਨਵੀਂ ਹੋਣੀ ਚਾਹੀਦੀ ਹੈ, ਪੁੱਠਾ ਚੌੜਾ ਹੋਣਾ ਚਾਹੀਦਾ ਵਾ। ਇੱਕ ਕਰਕੇ ਪੁੱਛਾਂਗੇ, ਧੁੰਨੀ ਤੋਂ ਦੱਸਿਆ ਕਿ ਬਰੀਕ ਹੋਏ ਔਰ ਕੋਲੀ ਵੀ ਬਰੀਕ ਹੋਏ? ਜੀ, ਕੋਲੀ ਬਰੀਕ ਹੋਏ। ਸਿੰਘ ਕਿਹੋ ਜਿਹੇ ਹੋਣ? ਸਿੰਘ ਛੋਟਾ ਹੋਏ। ਛੋਟਾ ਕੁੰਡਾ ਸਿੰਘ? ਹਾਂਜੀ, ਗੋਲ ਸਿੰਘ ਜਿਹਨੂੰ ਹੱਟੀਦਾਰ ਹੋਏ ਜਾਂ ਗੋਲ ਹੋਏ? ਗੋਲ ਹੋਏ ਜੀ। ਠੀਕ ਹੋ ਗਿਆ ਜੀ। ਅੱਛਾ, ਜਿਹੜਾ ਉਹਦੇ ਮੂੰਹ ਹੈ ਉਹ ਬਰੀਕ ਹੋਣਾ ਚਾਹੀਦਾ ਜਾਂ ਮੋਟਾ ਹੋਣਾ? ਨਹੀਂ, ਬਰੀਕ ਹੋਣਾ ਚਾਹੀਦਾ ਵਾ। ਗਰਦਨ ਉਹਦੀ ਲੰਮੀ ਹੋਣੀ ਚਾਹੀਦੀ ਹੈ, ਬੂਥੀ ਛੋਟੀ ਜਿਹੀ ਹੋਣੀ ਚਾਹੀਦੀ ਹੈ। ਤੇ ਗਰਦਨ ਬਰੀਕ ਹੋਏ ਜਾਂ ਉਹ ਵੀ ਮੋਟੀ ਹੋਏ? ਨਹੀਂ, ਬਰੀਕ ਹੋਏ, ਲੰਬੀ ਹੋਏ। ਪੁੱਠ ਜਿਹੜਾ ਵੇ ਉਹ ਕਿਹੋ ਜਿਹਾ ਹੋਣਾ ਚਾਹੀਦਾ? ਉਹ ਜ਼ਿਆਦਾ ਚੌੜਾ ਹੋਣਾ ਚਾਹੀਦਾ ਵਾ। ਅੱਡੀ ਜਿਹੜੀ ਹੁੰਦੀ ਹੈ ਪਿੱਛੇ 3 ਅੱਡੀਆਂ ਹੋਣੀਆਂ, ਇੱਕ ਹੋਣੀ ਚਾਹੀਦੀ ਹੈ ਜੀ। ਸਹੀ ਹੈ। ਹਾਂਜੀ। ਥਣ ਵਾਨਾ ਚੱਡਾ ਜੀ। ਇਹਦੇ ਬਾਰੇ ਮੁੱਠੀ ਦਾ ਹੋਣਾ ਚਾਹੀਦਾ ਹੈ। ਚੱਡੇ ਦਾ ਜਿਹੜਾ ਆਸਾਰ ਆ ਉਹ ਪਿੱਛੇ ਸੂ ਵਾਲੀ ਸਾਈਡ ਨੂੰ ਹੋਣਾ ਚਾਹੀਦਾ ਜੀ। ਪਿੱਛਾਂ ਨੂੰ ਵੀ ਵਧਿਆ ਹੋਏ, ਲੱਤਾਂ ਨੂੰ ਜੀ, ਤੇ ਅੱਗੇ ਵੀ ਹੋਣਾ ਚਾਹੀਦਾ ਜੀ। ਥਣ ਕਿੰਨੇ ਹੋਣੇ ਚਾਹੀਦੇ ਨੇ? ਮੁੱਠੀ ਜਾਂ ਫਿਰ ਥੋੜੇ ਲੰਬੇ? ਮੁੱਠੀ ਹੋ ਜਾਣੀ ਜਾਂ ਥੋੜੇ ਬਹੁਤ ਚੁਆਈ ਦੇ ਵਿੱਚ ਆਣ ਕੇ ਲੋਕ ਜ਼ਿਆਦਾ ਖਿੱਚ ਕੇ ਚੁਆਈ ਕਰਦੇ ਤਾਂ ਥੋੜੇ ਜ਼ਿਆਦਾ ਵੀ ਹੋ ਸਕਦੇ ਆ। ਜ਼ਿਆਦਾਤਰ ਮੁੱਠੀ ਥਣ ਹੋਣਾ ਚਾਹੀਦਾ ਵਾ। ਉਹਨਾਂ ਵਿੱਚ ਥਣਾਂ 'ਚ ਫਰਕ ਕਿੰਨਾ ਹੋਏ? ਤਕਰੀਬਨ ਕੋਈ 4 ਤੋਂ 6 ਉਂਗਲ ਦਾ ਫਰਕ ਹੋਣਾ ਚਾਹੀਦਾ ਵਾ। ਥਣ ਅਗਲੇ ਜਾਂ ਪਿਛਲੇ ਬਰਾਬਰ ਹੋਣ ਜਾਂ ਉੱਚੇ ਲੰਮੇ ਹੋਣ? ਨਹੀਂ, ਥੱਲੇ ਮਗਰਲੇ ਥਣ ਜਿਹੜੇ ਉਹ ਥੋੜੇ ਜਿਹੇ ਬੜੇ ਹੋਣੇ ਚਾਹੀਦੇ ਆ, ਅਗਲੇ ਥਣ ਥੋੜੇ ਜਿਹੇ ਛੋਟੇ ਹੋਣੇ ਚਾਹੀਦੇ ਆ। ਦੁੰਬ ਕਿਹੋ ਜਿਹੀ ਹੋਏ? ਦੁੰਬ ਅੱਧ ਤੋਂ ਜ਼ਿਆਦਾ ਜਿਹੜੀ ਆ ਉਹ ਕਾਲੀ ਹੋਣੀ ਚਾਹੀਦੀ ਆ। ਅੱਧ ਤੋਂ ਥੱਲੇ ਜਿਹੜੀ ਆ ਥੋੜੀ ਉਹ ਸਫੇਦ ਹੋਣੀ ਚਾਹੀਦੀ ਆ। ਬਾਜ਼ ਔਕਾਤ ਪੂਰੀ ਜਿਹੜੀ ਦੁੰਬ ਹੈ ਉਹ ਕਾਲੀ ਹੁੰਦੀ ਹੈ, ਉਹਦੇ 'ਚ ਕੋਈ ਹਰਜ ਨਹੀਂ? ਨਹੀਂ, ਉਹਦੇ 'ਚ ਕੋਈ ਹਰਜ ਨਹੀਂ। ਠੀਕ ਹੋ ਗਿਆ। ਜ਼ਮੀਨ ਤੋਂ ਕਿੰਨੀ ਉੱਚੀ ਹੋਏ? ਬਸ ਐਵੇਂ ਇੰਚ 2 ਇੰਚ ਉੱਚੀ ਹੋਣੀ ਚਾਹੀਦੀ ਹੈ। ਚਮੜੀ ਕਿਹੋ ਜਿਹੀ ਹੋਏ? ਬਰੀਕ। ਤੇ ਅੱਖ ਜਿਹੜੀ ਹੈ ਉਹਦੇ ਰੰਗ ਦੱਸਿਓ। 2-3 ਤਰ੍ਹਾਂ ਦੇ ਰੰਗ ਹੁੰਦੇ ਨੇ? 2-3 ਤਰ੍ਹਾਂ ਦੇ ਰੰਗ ਹੁੰਦੇ। ਜੇ ਵਰਜ ਕਿਤਾ ਬਲੈਕ ਅੱਖ ਵਾਲੇ ਆ ਜਾਨਵਰ ਜਾਨੀਆਂ ਕਾਲੀਆਂ ਖਾਣਾ ਤਾਂ ਉਹਦੀਆਂ ਦੋਨੋਂ ਕਾਲੀਆਂ ਹੋਣੀਆਂ ਚਾਹੀਦੀਆਂ ਵਾ। ਠੀਕ ਹੈ। ਜੇ ਅਗਰ ਦੋਨੋਂ ਬਿੱਲੀਆਂ ਅੱਖਾਂ ਵਾ ਤੇ ਉਹਦੀਆਂ ਦੋਨੋਂ ਬਿੱਲੀਆਂ ਹੋਣੀਆਂ ਚਾਹੀਦੀਆਂ। ਬਲਡੀ ਮੱਝ ਨਹੀਂ ਹੋਣੀ ਚਾਹੀਦੀ। ਪਹਿਲੇ ਸੂਏ ਨੂੰ ਤਰਜੀਹ ਦਈਏ ਜਾਂ ਦੂਜੇ ਨੂੰ? ਪਹਿਲੇ ਨੂੰ ਦੇ ਲਓ ਤਾਂ ਵੀ ਅੱਛੀ ਹੈ, ਦੂਸਰੇ ਨੂੰ ਦੇ ਲਓ ਤਾਂ ਵੀ ਅੱਛੀ ਹੈ। ਦੋਨੋਂ ਯਾਨੀ ਕਿ ਬਰਾਬਰ ਹੈ। ਕੁਝ ਲੋਕ ਕਹਿੰਦੇ ਨੇ ਕਿ ਅਨਾੜੀ ਬੰਦੇ ਪਹਿਲਾ ਸੂਆ ਪਸੰਦ ਕਰਦੇ ਨੇ, ਜਿਹੜੇ ਦੂਸਰਾ ਸੂਆ ਹੁੰਦਾ ਉਹ ਬਿਹਤਰ ਹੁੰਦਾ। ਤੁਹਾਡਾ ਕੀ ਕਹਿਣਾ? ਅਸੀਂ ਤਾਂ ਜ਼ਿਆਦਾਤਰ ਦੂਸਰੇ ਸੂਏ ਨੂੰ ਤਰਜੀਹ ਦਿੰਦੇ ਆ ਵੀ ਦੂਸਰੇ ਸੂਏ ਵਾਲੀ ਮੱਝ ਜਿਹੜੀ ਉਹ ਅੱਛੀ ਹੁੰਦੀ ਹੈ, ਕਿਉਂਕਿ ਉਹਨੂੰ ਬੰਦਾ ਅੱਛੇ ਤਰੀਕੇ ਨਾਲ ਦੇਖਭਾਲ ਸਕਦਾ ਵਾ ਤੇ ਪੂਰੀ ਤਿਆਰ ਹੋਈ ਨੂੰ ਬੰਦਾ ਉਹਨੂੰ ਚੋ ਸਕਦਾ ਵਾ। ਜਿਹੜੀਆਂ ਤੁਸੀਂ ਗੱਲਾਂ ਤੇ ਨਿਸ਼ਾਨੀਆਂ ਦੱਸੀਆਂ ਨੇ, ਅਗਰ ਇਹੋ ਹੀ ਮੱਝ ਅਸੀਂ ਉੱਥੋਂ ਲੈਨੇ ਆ ਜੀ ਤੇ ਇਹਦਾ ਕਿੰਨਾ ਰੇਟ ਹੋਣਾ ਚਾਹੀਦਾ? ਘੱਟ ਤੋਂ ਘੱਟ ਔਰ ਜ਼ਿਆਦਾ ਤੋਂ ਜ਼ਿਆਦਾ? ਇਹਦਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉਹ 5 ਲੱਖ ਰੁਪਇਆ ਹੋਣਾ ਚਾਹੀਦਾ। ਕਮ ਤੋਂ ਕਮ ਤਕਰੀਬਨ 3-3.5 ਲੱਖ ਰੁਪਇਆ ਹੋਣਾ ਚਾਹੀਦਾ ਜੀ। ਅਗਰ 5 ਤੋਂ 3 ਲੱਖ ਅਸੀਂ ਲਾ ਲੈਨੇ ਆ ਤੇ ਦੁੱਧ ਕਿੰਨਾ ਦੇਗੀ ਇਹ ਨਿਸ਼ਾਨੀਆਂ ਵਾਲੀ ਮੱਝ? ਇਹ ਦੁੱਧ ਤਕਰੀਬਨ ਤੁਹਾਨੂੰ ਦੇ ਦੇਗੀ ਤਕਰੀਬਨ 20 ਲੀਟਰ ਦੇ ਰੌਣ ਪਾਉਣ।
20 ਲੀਟਰ ਦੇ ਰਾਉਂਡ ਅਬਾਊਟ ਦੇ ਦੇਗੀ ਜੀ ਮੁxtਲਿਫ ਸ਼ਹਿਰਾਂ ਤੋਂ ਲੋਕ ਜਾਂਦੇ ਨੇ ਜੀ। ਤੇ ਅਗਰ ਇਸ ਪਾਸੇ ਅਸੀਂ ਆਨੇ ਆ ਗੁਜਰਾਂਵਾਲਾ ਸਿਆਲਕੋਟ ਵਜ਼ੀਰਾਬਾਦ ਵਾਲੀ ਸਾਈਡ ਤੇ ਕਿੰਨਾ ਕੁ ਕਿਰਾਇਆ ਪੈ ਸਕਦਾ ਇੱਥੇ ਅਗਰ ਇੱਥੋਂ ਮੱਝ ਲੈਣ ਜਾਂਦੇ ਆ ਤੇ ਇੱਕ ਮੱਝ ਦਾ? ਇੱਕ ਮੱਝ ਦਾ ਤੁਹਾਨੂੰ ਖਰਚਾ ਆ ਜਾਏਗਾ ਤਕਰੀਬਨ 15 ਤੋਂ 20 ਹਜ਼ਾਰ ਰੁਪਇਆ ਜੀ। ਠੀਕ ਹੋ ਗਿਆ। ਅੱਛਾ ਵੀਰ ਜੀ ਇਹ ਦੱਸੋ ਕਿ ਅਗਰ ਕੋਈ ਬੰਦਾ ਮੱਝ ਖਰੀਦਣ ਜਾਏ ਤੇ ਲੋਕ ਤੀਸਰੇ ਚੌਥੇ ਪੰਜਵੇਂ ਸੂਏ ਦੀ ਮੱਝ ਨੂੰ ਪਹਿਲਣ ਕਹੀ ਜਾਂਦੇ ਨੇ, ਕੀ ਨਿਸ਼ਾਨੀਆਂ ਨੇ ਕਿ ਮੱਝ ਕਿਹੜੇ ਸੂਏ ਦੀ ਹੈ? ਨਹੀਂ ਵੀਰ ਜੀ, ਜਿਹੜੇ ਪਹਿਲਣ ਨੂੰ 5ਵੇਂ 6ਵੇਂ ਸੂਏ ਵਾਲੀ ਜਿਹੜੀ ਜਾਂ 5ਵੇਂ 6ਵੇਂ ਵਾਲੀ ਸੂਏ ਵਾਲੀ ਮੱਝ ਨੂੰ ਪਹਿਲਣ ਕਹਿੰਦੇ ਆ, ਤਾਂ ਉਹ ਤੇ ਨਾ ਮਨਾਸਬ ਗੱਲ ਆ ਨਾ ਜੀ। ਪਹਿਲਣ ਨੂੰ ਪਹਿਲਣ ਕਿਹਾ ਜਾਂਦਾ ਵਾ, ਜਾਂ ਪਹਿਲਣ ਨੂੰ ਤੁਸੀਂ ਦੂਜਣ ਕਹਿ ਸਕਦੇ ਆ, ਲੇਕਿਨ ਪਹਿਲਣ ਦੂਜਣ ਮੱਝ ਜਿਹੜੀ ਆ ਉਹ 5ਵੇਂ 6ਵੇਂ ਸੂਏ ਵਾਲੀ ਤੋਂ ਬਿਹਤਰ ਹੁੰਦੀ ਆ। ਆਮ ਤੌਰ ਤੇ ਕੋਈ ਨਿਸ਼ਾਨੀ ਦੱਸੋ, ਕਿਉਂਕਿ ਅਕਸਰ ਲੋਕ ਅਸੀਂ ਜਿਹਦੇ ਕੋਲ ਵੀ ਗਏ ਹਨ ਚੌਥੇ ਸੂਏ ਦੀ ਮੱਝ ਨੂੰ ਵੀ ਪਹਿਲਣ ਕਹਿ ਦਿੰਦੇ ਨੇ, ਲੋਕ ਕਹਿੰਦੇ ਨੇ ਇਹ ਚੰਗੀ ਗੱਲ ਹੈ ਯਾਰ, ਭਾਜੀ ਤੇ ਕੋਈ ਨਿਸ਼ਾਨੀਆਂ ਹੈ ਨੇ ਇਹਦੀਆਂ? ਜੀ ਬਿਲਕੁਲ ਹੈ ਨੇ। ਇੱਕ ਤਾਂ ਭਾਈ ਨੂੰ ਉਹਨਾਂ ਦਾ ਉਮਰ ਦਾ ਤਕਾਜ਼ਾ ਤੁਹਾਨੂੰ ਵੈਸੇ ਹੀ ਮਹਿਸੂਸ ਹੋ ਜਾਣਾ ਵਾ ਵੀ ਇਹ ਮੱਝ ਜਿਹੜੀ ਨਾ ਇੰਨੀ ਉਮਰ ਦੀ ਆ ਤੇ ਪਹਿਲਾਂ ਦੂਜਨ ਨਹੀਂ ਹੋ ਸਕਦੀ। ਦੂਸਰੇ ਨੰਬਰ ਤੇ ਉਹਨਾਂ ਦੀ ਸਿੰਘਾਂ ਦੀ ਬਣਾਵਟ ਜਿਹੜੀ ਉਹ ਤੁਹਾਨੂੰ ਦੱਸੇਗੀ। ਬਸ ਗੱਲ ਲੋਕ ਸਿੰਘ ਬਣਾ ਕੇ ਉਹਦੇ ਛੋਟੇ ਕਰ ਲੈਂਦੇ ਆ ਤੇ ਤਾਂ ਕਹਿੰਦੇ ਵੀ ਇਹ ਪਹਿਲਣ ਆ, ਲੇਕਿਨ ਸਿੰਘ ਬਣਾਉਣ ਨਾਲ ਜਿਹੜੀ ਮੱਝ ਉਹ ਪਹਿਲਾਂ ਦੂਜਨ ਨਹੀਂ ਹੋ ਜਾਂਦੀ, ਲੇਕਿਨ ਉਮਰ ਦੇ ਤਕਾਜ਼ੇ ਨਾਲ ਹੀ ਮੱਝ ਪਹਿਲਾਂ ਦੂਜਣ ਲੱਗਦੀ ਆ। ਉਂਝ ਸਿੰਘ ਬਣਾਉਣੇ ਚਾਹੀਦੇ ਨੇ ਕਿ ਨਹੀਂ ਬਣਾਉਣੇ ਚਾਹੀਦੇ? ਸਿੰਘ ਬਾਜ਼ ਕਾਤ ਵਪਾਰੀ ਤਾਂ ਅਕਸਰ ਬਣਾ ਲੈਂਦੇ ਨੇ, ਲੇਕਿਨ ਜ਼ਿਮੀਂਦਾਰ ਜਿਹੜਾ ਉਹ ਨਹੀਂ ਸਿੰਘ ਬਣਾਉਂਦਾ। ਅੱਛਾ ਭਾਬੂ ਦੇ ਇਹ ਦੱਸੋ, ਬੰਦਾ ਮੰਡੀ ਵਿੱਚ ਗਿਆ ਤੇ ਕਿ ਬੰਦਾ ਮੱਝ ਲੈਣਾ ਚਾਹੁੰਦਾ ਤੇ ਮੱਝ ਨੂੰ ਡਾਕਾ ਲੱਗਾ ਹੈ, ਜੀ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਮੱਝ ਡੱਕੀ ਗਈ ਹੈ ਕਿ ਜਾਂ ਇਹਦਾ ਫਰੈਸ਼ ਦੁੱਧ ਜਿਹੜਾ ਹੈ ਵੇ? ਭਾਈ ਨਾ ਤੁਹਾਨੂੰ ਮੱਝ ਦੇ ਜਿਹੜਾ ਚੱਡੇ ਦੇ ਅਸਾਰ ਆ ਨਾ ਉਹ ਤੁਹਾਨੂੰ ਦੱਸਣਗੇ। ਕੀ ਅਸਾਰ? ਤੁਸੀਂ ਚੱਡੇ ਨੂੰ ਹੱਥ ਲਾ ਕੇ ਦੇਖ ਸਕਦੇ ਜੇ ਉਹ ਕਾਫੀ ਸਾਰਾ ਟਾਇਟ ਨਜ਼ਰ ਆ ਰਿਹਾ ਵਾ, ਤੁਹਾਨੂੰ ਸਮਝ ਲਓ ਵੀ ਡਾਕਾ ਜ਼ਿਆਦਾ ਲੱਗਾ ਵਾ। ਤੇ ਜੇ ਅਗਰ ਉਹਨੂੰ ਜ਼ਿਆਦਾ ਟਾਇਟ ਨਹੀਂ ਕੀਤਾ ਤੇ ਫਿਰ ਤੁਸੀਂ ਉਹਨੂੰ ਕਹਿ ਸਕਦੇ ਵੀ ਇਸ ਸੁਬਾਹ ਦੀ ਚੁਆਈ ਹੋਈ ਆ। ਇਹੀ ਚੀਜ਼ਾਂ ਉਹਦੇ ਵਿੱਚ ਵੇਖੀਆਂ ਜਾਂਦੀਆਂ ਵਾ। ਅੱਛਾ ਆਮ ਤੌਰ ਤੇ ਸਾਡੇ ਵਪਾਰੀ ਥੋੜੀ ਜਿਹੀ ਲਾਲਚ ਕਰਦੇ ਨੇ, ਜਾਲ ਲਾ ਬੈਂਦੇ ਨੇ, ਜਿਹੜੀਆਂ ਮੱਝਾਂ ਤਰੋਕੜੀਆਂ ਹੁੰਦੀਆਂ ਨੇ ਜਾਂ ਉਹਨਾਂ ਪਿੱਛੇ ਕੋਈ ਜਾਲ ਲਾ ਲੈਂਦੇ ਨੇ, ਨਕਲੀ ਜਾ ਜੀ ਮੱਝ ਨੂੰ ਵੀ ਫਰੇ ਵਿੱਚ ਲੈ ਆਉਂਦੇ ਨੇ, ਕੋਈ ਉਹਨੂੰ ਪਤਾ ਨਹੀਂ ਕੀ ਸਕੀਮਾਂ ਲਾ ਜੀ ਕੇ। ਬਿਲਕੁਲ। ਕਿੰਜ ਪਤਾ ਲੱਗੇਗਾ ਕਿ ਇਹਦਾ ਜਾਂ ਅਸਲੀ ਹੈ ਜਾਂ ਨਕਲੀ ਹੈ? ਭਾਈ ਉਹ ਮੱਝ ਦੀ ਜਸਮੀਅਤ ਤੋਂ, ਮੱਝ ਦੀ ਨਵੀਅਤ ਤੋਂ ਤੁਹਾਨੂੰ ਪਤਾ ਚੱਲ ਸਕਦਾ ਵਾ ਤੇ ਕਾਰੀਗਰ ਬੰਦਾ ਇਸ ਚੀਜ਼ ਨੂੰ ਸਮਝ ਸਕਦਾ ਵੀ ਇਹਨੂੰ ਜਾ ਲੱਗਾ ਵਾ। ਹਾਂਜੀ। ਦੁੱਧ ਦੇ ਜ਼ਾਇਕੇ ਵਿੱਚ ਵੀ ਕੋਈ ਫਰਕ ਹੁੰਦਾ ਹੈ ਕਿ ਪਤਾ ਲੱਗੇਗਾ ਇਹ ਵਾਕਈ ਤਾਜ਼ਾ ਸੂਈ ਦੀ ਹੈ ਕਿ ਜਾਂ ਇਹ ਉਹ ਹੈ ਦੂਸਰੀ? ਦੁੱਧ ਦੇ ਜ਼ਾਇਕੇ ਵਿੱਚ ਤਾਂ ਅਗਰ ਤੁਸੀਂ ਉਹਨੂੰ ਦੁੱਧ ਚੈੱਕ ਕਰਦੇ ਆ ਤਾਂ ਪਤਾ ਚੱਲ ਜਾਏਗਾ ਵੀ ਇਹ ਦੁੱਧ ਬੋਲੇ ਵਾਲਾ ਵਾ। ਜੇ ਅਗਰ ਫਰਜ਼ ਕੀਤਾ ਵਪਾਰੀ ਤੁਹਾਨੂੰ ਕਹਿੰਦਾ ਵੀ 1 ਦਿਨ ਦੀ ਸੂਈ ਆ 2 ਦਿਨ ਦੀ ਸੂਈ ਆ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਸਕਦਾ ਵਾ। ਜੇ ਅਗਰ ਕਹਿੰਦਾ ਵੀ 10 ਦਿਨ ਦੀ ਸੂਈ ਆ ਜਾਂ 15 ਦਿਨ ਦੀ ਸੂਈ ਆ, ਫਿਰ ਦੁੱਧ ਦੇ ਜ਼ਾਇਕੇ ਵਿੱਚ ਕੋਈ ਫਰਕ ਨਹੀਂ ਹੋਏਗਾ। ਕੁਝ ਲੋਕ ਕਹਿੰਦੇ ਨੇ ਕਿ ਧਾਰਾ ਮਾਰ ਕੇ ਚੈੱਕ ਕਰੀਏ ਤਾਂ ਜਦੋਂ ਸਮੈਲ ਆਉਂਦੀ ਹੈ, ਤੁਹਾਡਾ ਕੀ ਖਿਆਲ ਹੈ? ਨਹੀਂ, ਦੁੱਧ ਦੇ ਵਿੱਚੋਂ ਸਮੈਲ ਨਹੀਂ ਆਉਂਦੀ। ਜਿਹੜਾ ਡਾਕਾ ਲੱਗਾ ਹੁੰਦਾ ਹੈ ਉਹਦੇ ਦੁੱਧ ਦੀ ਸਮੈਲ ਹੋਰ ਹੁੰਦੀ ਹੈ ਤੇ ਜਿਹੜਾ ਨਹੀਂ ਲੱਗਾ ਹੁੰਦਾ ਉਹ ਹੋਰ ਹੁੰਦੀ ਹੈ। ਇਹ ਗਲਤ ਗੱਲ ਆ। ਯਾਨੀ ਇਹ ਤੁਹਾਡੇ ਆਬਜ਼ਰਵੇਸ਼ਨ ਵਿੱਚ ਜੀ, ਨਹੀਂ ਆਇਆ? ਇਹ ਨਹੀਂ। ਠੀਕ ਹੋ ਗਿਆ। ਤੇ ਇਸ ਤੋਂ ਇਲਾਵਾ ਜਿਹੜਾ ਅਸੀਂ ਲੈ ਕੇ ਆਨੇ ਮੱਝਾਂ, ਜੀ ਉਹਨਾਂ ਨੂੰ ਪਾਣੀ ਲਾਗ ਵਗੈਰਾ ਹੋ ਜਾਂਦਾ ਹੈ ਜੀ ਦੂਸਰੇ ਇਲਾਕੇ 'ਚ ਪਹੁੰਚ ਕੇ, ਜੀ। ਉੱਥੋਂ ਕਿਹੜੀ ਸ਼ਾਇਦ ਦਈਏ ਮੱਝ 'ਚ ਲੋਡ ਕਰਨ ਲੱਗੇ ਆ ਮੱਝ ਨੂੰ ਜਿਹੜਾ ਪਾਣੀ ਲਾਗ ਵੀ ਨਾ ਹੋਏ ਜਾਂ ਮੱਝ ਸਫ਼ਰ ਦੇ ਵਿੱਚ ਤੋਂ ਥਕਾਵਟ ਵੀ ਨਾ ਹੋਏ, ਔਰ ਕਿਹੜਾ ਜਿਹੜਾ ਵੇ ਐਸਾ ਫਾਰਮੂਲਾ ਲਾਈਏ ਤਾਂ ਕਿ ਮੱਝ ਜਿਹੜਾ ਵੇ ਸਹੀ ਰਹੇ? ਕੋਈ ਐਸੀ ਚੀਜ਼ ਆਵੇ ਕਿ ਉਹਨੂੰ ਬਿਠਾਉਣ ਲੱਗਿਆ ਦੇ ਲਈਏ? ਜੀ ਤੁਸੀਂ ਇਹ ਕਰ ਸਕਦੇ ਵੀ ਉਹਨੂੰ ਬਿਠਾਉਣ ਲੱਗਿਆ ਜਦੋਂ ਮੱਝਾਂ ਤੁਸੀਂ ਲੋਡ ਕਰਦੇ ਆ ਉਦੋਂ ਉਹਨੂੰ 5 ਗ੍ਰਾਮ ਜਾਂ ਡੈਕਲੋ ਦੇ ਟੀਕੇ ਲਾ ਸਕਦੇ ਆ ਤੁਸੀਂ, ਠੀਕ ਹੈ। ਵੀ ਰਸਤੇ ਦੇ ਵਿੱਚ ਡੰਗਰ ਜਿਹੜਾ ਨਾ ਥਕਾਵਟ ਨਾ ਮਹਿਸੂਸ ਕਰੇ। ਜਾਂ ਉਦੋਂ ਨਹੀਂ ਲਾ ਸਕਦੇ ਤੇ ਜਦੋਂ ਘਰ ਪਹੁੰਚਦੇ ਆ ਉਦੋਂ ਆਣ ਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਵੈਕਸੀਨ ਜਿਹੜੀ ਉਹ ਕਰ ਸਕਦੇ ਆ ਵੀ ਉਹਦੇ ਨਾਲ ਥਕਾਵਟ ਦਾ ਉਤਰ ਜਾਵੇ। ਇੱਕ ਬੜਾ ਹੀ ਅਹਿਮ ਸਵਾਲ ਹੈ ਕਿ ਮੱਝ ਜਦੋਂ ਲੋਡ ਕਰ ਦਿੱਤੀ ਜਾਂਦੀ ਹੈ ਉਹ 4-4 5-5 ਘੰਟੇ ਸਫ਼ਰ ਕਰਦੀ ਹੈ। ਜੀ। ਉਸ ਸਫ਼ਰ ਦੇ ਦੌਰਾਨ ਉਹਨੂੰ ਪਾਣੀ, ਉਹਦੀ ਖੁਰਾਕ ਦਾ ਕੋਈ ਐਸਾ ਕੰਮ ਕਰਨਾ ਚਾਹੀਦਾ ਜਿਹਨੇ ਵਿੱਚ ਰੱਖ ਲਈਏ ਜਾਂ ਉਹਨੂੰ ਖਿਲਾਰ ਕੇ ਪਾਣੀ ਪਿਲਾਈਏ? ਅਗਰ ਨਹੀਂ ਪਿਲਾਉਂਦੇ ਤਾਂ ਉਹਦਾ ਨੁਕਸਾਨ ਕੀ ਹੋ ਸਕਦਾ ਹੈ? ਭਾਜੀ ਗੱਲ ਹੈ ਵੀ ਜਦੋਂ ਤੁਸੀਂ ਲੋਡ ਕਰਨਾ ਨਾ ਉਸ ਤੋਂ ਪਹਿਲੇ ਹੀ ਉਹਨੂੰ ਚਾਰਾ ਦੇ ਲਓ, ਉਸ ਤੋਂ ਪਹਿਲੇ ਉਹਨੂੰ ਪਾਣੀ ਪਿਲਾ ਲਓ। ਠੀਕ ਹੈ। ਰਸਤੇ ਦੇ ਦੌਰਾਨ ਤਾਂ ਤੁਸੀਂ ਉਹਨੂੰ ਕੋਈ ਚੀਜ਼ ਵੀ ਜਿਹੜੀ ਉਹਨੂੰ ਖਿਲਾ ਪਿਲਾ ਨਹੀਂ ਸਕਦੇ ਤੇ ਨਾ ਡੰਗਰ ਖਾਂਦਾ ਪੀਂਦਾ ਹੀ ਹੈ। ਠੀਕ ਹੈ। ਹਾਂਜੀ, ਜਦੋਂ ਘਰ ਪਹੁੰਚਣਾ ਉਦੋਂ ਹੀ ਉਹਨੇ ਜ਼ਰੀ ਗੱਲਾਂ ਖਾਣਾ ਵਾ, ਲੇਕਿਨ ਪਹਿਲੇ ਇhtiyat ਕਰੋ ਵੀ ਜਦੋਂ ਤੁਸੀਂ ਲੋਡ ਕਰਨਾ ਵਾ ਉਦੋਂ ਉਹਨੂੰ ਖਿਲਾ ਪਿਲਾ ਕੇ ਤੁਸੀਂ ਲੋਡ ਕਰੋ। ਸਹੀ ਹੋ ਗਿਆ। ਅੱਡਿਆਂ ਵਿੱਚ ਜਾਂ ਫਿਰ ਚੱਕਾਂ ਵਿੱਚ ਜਦੋਂ ਜਾਂਦੇ ਆ ਤੇ ਉੱਥੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਮੱਝਾਂ ਗੱਭਣ ਨੇ, ਸੂਣ ਵਾਲੀਆਂ ਨੇ। ਜੀ। ਉਹਦੀ ਕਿਸ ਤਰ੍ਹਾਂ ਅਸੀਂ ਕਨਫਰਮੇਸ਼ਨ ਕਰੀਏ ਕਿ ਵਾਕਈ ਗੱਭਣ ਮੱਝ 2 ਮਹੀਨੇ ਦੀ, 1 ਮਹੀਨੇ ਦੀ, 3 ਦੀ, 4 ਦੀ, 5 ਦੀ, ਉਹਦਾ ਕੀ ਨਿਸ਼ਾਨੀ ਹੈ? ਉਹ ਭਾਈ ਤੁਸੀਂ ਇਸ ਤਰ੍ਹਾਂ ਤਾਂ ਕੋਈ ਵੀ ਉਹਦੇ ਉੱਤੇ ਮਾਲੂਮਾਤ ਨਹੀਂ ਕਰ ਸਕਦੇ ਵੀ ਇਹ ਗੱਭਣ ਆਈ ਆ ਫੰਡਰ ਆ, ਲੇਕਿਨ ਉੱਥੇ ਮੌਕੇ ਤੇ ਤੁਸੀਂ ਡਾਕਟਰ ਨੂੰ ਬੁਲਵਾ ਕੇ, ਜਿਹੜਾ ਵੀ ਮੌਕੇ ਦਾ ਉੱਥੇ ਡਾਕਟਰ ਸਰਕਾਰੀ ਹੋਏ ਉਹਦੇ ਕੋਲੋਂ ਤੁਸੀਂ ਚੈੱਕਅਪ ਕਰਾ ਲਓ ਉਹਦਾ, ਉਹ ਤੁਹਾਨੂੰ ਦੱਸ ਦੇਗਾ। 2 ਮਹੀਨੇ ਤੋਂ ਉੱਪਰ ਮੱਝ ਗੱਭਣ ਹੋਈ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਵੀ ਸਾਡੀ ਮੱਝ ਗੱਭਣ ਆਈ ਆ ਫੰਡਰ ਆ। 2 ਮਹੀਨੇ ਤੋਂ ਥੱਲੇ ਨਹੀਂ ਕੋਈ ਵੀ ਨਿਸ਼ਾਨੀ? 2 ਮਹੀਨੇ ਤੋਂ ਥੱਲੇ ਮੱਝ ਕਰਾਉਂਦੇ ਮੈਂ ਹੱਕ ਦੇ ਵਿੱਚ ਨਹੀਂ, ਕਿਉਂਕਿ ਜਦੋਂ 2 ਮਹੀਨੇ ਤੋਂ ਥੱਲੇ ਤੁਸੀਂ ਮੱਝ ਚੈੱਕ ਕਰਾਓਗੇ ਹੋ ਸਕਦਾ ਉਹ ਬੱਚਾ ਜ਼ਾਇਆ ਕਰ ਦੇ ਤੇ ਬਾਅਦ ਡਾਕਟਰ ਹਜ਼ਰਾਤ ਇਹ ਗੱਲ ਕਹਿੰਦੇ ਨਾ ਵੀ ਸ਼ੱਕ 'ਚ ਗੱਲ ਰਹਿ ਗਈ ਆ, ਤੋਂ ਲੈਣ ਵਾਲੇ ਵਾਸਤੇ ਵੀ ਉਹ ਧੋਖਾ ਹੋ ਜਾਂਦਾ ਵਾ। ਠੀਕ ਹੋ ਗਿਆ। ਗੱਭਣ ਮੱਝ ਲੈਣੀ ਚਾਹੀਦੀ ਹੈ ਉੱਥੋਂ ਜਾਂ ਨਹੀਂ ਲੈਣੀ ਚਾਹੀਦੀ, ਜਾਂ ਸੂਈ ਲੈਣੀ ਚਾਹੀਦੀ ਹੈ? ਇਹ ਜ਼ਰਾ ਕਲੀਅਰ ਕਰ ਦਿਓ। ਅਗਰ ਤੁਸੀਂ ਸਫ਼ਰ ਵਾਸਤੇ ਲੈਣੇ ਚਾਹੁੰਦੇ ਹੋ ਤਾਂ ਮੱਝ ਤੁਹਾਨੂੰ ਸੂਈ ਲੈਣੀ ਚਾਹੀਦੀ ਆ। ਜ਼ਬਰਦਸਤ। ਠੀਕ ਹੈ। ਯਾਨੀ ਗੱਭਣ ਜਿਹੜੀ ਉਹਦਾ ਨੁਕਸਾਨ ਹੋ ਸਕਦਾ, ਨੁਕਸਾਨ ਹੋ ਸਕਦਾ ਹੈ, ਕਿਉਂਕਿ ਤੁਸੀਂ ਕਿਹੜਾ ਘੰਟੇ 2 ਘੰਟੇ ਦਾ ਸਫ਼ਰ ਕਰਨਾ ਹੁੰਦਾ, 10 ਘੰਟੇ ਦਾ ਸਫ਼ਰ ਕੀਤਾ, ਗੱਭਣ ਡੰਗਰ ਤਿਆਰ ਹੈ,
ਉਹਨੂੰ ਰਸਤੇ ਦੇ ਵਿੱਚ ਸੂਣ ਦੀ ਹਰਕਤ ਹੋ ਗਈ ਆ, ਉਹਦੇ ਵਾਸਤੇ ਮਸਲਾ ਬਣ ਸਕਦਾ ਵਾ। ਇੱਕ ਮੱਝ ਸੋਹਣੀ ਲੱਗ ਗਈ, ਸਾਨੂੰ ਅੱਛੀ ਲੱਗ ਗਈ ਹੈ, ਲੇਕਿਨ ਉਹ ਸੂਣ ਵਾਲੀ ਹੈ ਮਹੀਨੇ ਨੂੰ ਜਾਂ 10 ਦਿਨਾਂ ਨੂੰ 15 ਦਿਨਾਂ ਨੂੰ, ਜੀ ਉਹਦੀ ਫਿਰ ਕੀ ਇਖਤਿਆਤ ਕਰੀਏ ਕਿ ਮੱਝ ਵੀ ਪਸੰਦ ਆ ਗਈ ਹੈ ਔਰ ਗੱਭਣ ਵੀ ਹੈ ਤੇ ਲਿਆਉਣਾ ਵੀ ਹੈ? ਉਹਨੂੰ ਕੋਸ਼ਿਸ਼ ਕਰੋ ਵੀ ਤੁਸੀਂ ਖਰੀਦਣ ਤੋਂ ਬਾਅਦ ਜਦੋਂ ਮਾਲ ਲੋਡ ਕਰੋ ਉਹਨੂੰ ਗੱਡੀ ਦੇ ਅਗਲੀ ਸਾਈਡ ਤੇ ਪਾਓ ਤੇ ਡਰਾਈਵਰ ਸਾਈਡ ਤੇ ਪਾਓ ਉਹਨੂੰ, ਤਾਂ ਕਿ ਉਹਨੂੰ ਨਾ ਜੰਪ ਘੱਟ ਲੱਗੇ ਤੇ ਇhtiyਾਤ ਨਾਲ ਜਿਹੜਾ ਨਾ ਉਹ ਘਰ ਪਹੁੰਚ ਸਕੇ ਤੁਹਾਡੇ ਕੋਲੇ। ਸਹੀ ਹੋ ਗਿਆ। ਇੱਕ ਮਸਲਾ ਬੜਾ ਹੀ ਅਹਿਮ ਪੇਸ਼ ਆਂਦਾ ਹੈ ਲੋਕਾਂ ਨੂੰ, ਡੰਗਰ ਲੈਣ ਜਾਂਦੇ ਨੇ ਜ਼ਿਆਦਾ, ਉਹਨਾਂ ਨੂੰ ਲੱਭਦੇ ਨੇ ਘੱਟ। ਜੀ ਅਗਰ ਉਹ ਜ਼ਿਆਦਾ ਲੈਣਗੇ ਤੇ ਉਹਨਾਂ ਦਾ ਕਿਰਾਇਆ ਘਟੇਗਾ। ਜੀ ਜਦੋਂ ਉਹਨਾਂ ਨੂੰ ਘੱਟ ਲੱਭ ਜਾਂਦੇ ਨੇ ਡੰਗਰ, ਜੀ। ਫਿਰ ਉਹਨਾਂ ਦੀ ਐਵਰੇਜ ਪੂਰੀ ਨਹੀਂ ਹੋ ਪਾਉਂਦੀ। ਜੀ ਉਹਦੇ ਵਾਸਤੇ ਫਿਰ ਲੋਕ ਕੀ ਕਰਨ, ਉਹ ਨੁਕਸਾਨ ਉਠਾ ਲੈਣ ਜਾਂ ਫਿਰ ਉੱਥੇ ਰਹਿ ਕੇ ਤੇ ਡੰਗਰ ਢੂੰਡ ਕੇ ਲਿਆਉਣ। ਨਹੀਂ, ਉਹਨਾਂ ਨੂੰ ਨੁਕਸਾਨ ਨਹੀਂ ਉਠਾਉਣਾ ਚਾਹੀਦਾ। ਉਹਨਾਂ ਨੂੰ ਜਿਹੜੇ ਬਣ ਜਾਣ ਅੱਛੇ ਤਰੀਕੇ ਨਾਲ ਜਾਇਜ਼ ਬਣ ਜਾਣ, ਉਹਨਾਂ ਨੂੰ ਉਹੀ ਲੈ ਕੇ ਆ ਜਾਣਾ ਚਾਹੀਦਾ। ਇਹ ਨਹੀਂ ਵੀ ਉਹ ਇੱਕ ਡੰਗਰ ਦੀ ਖਾਤਰ ਜਾਂ ਦੋ ਡੰਗਰਾਂ ਦੀ ਖਾਤਰ ਵੀ ਉਹ 25-30 ਹਜ਼ਾਰ ਜਾਂ 50,000 ਰੁਪਇਆ ਵੱਧ ਭਰ ਕੇ ਉਹ ਲੈ ਕੇ ਆਣ ਤੇ ਉਹ ਡੰਗਰ ਵੀ ਨਾ ਜ਼ਾਇਆ ਕਰ ਬੈਣੀਆਂ, ਉਹਨਾਂ ਨੂੰ ਨੁਕਸਾਨ ਨਾ ਆਏ। ਭਾਈ ਬੂਟੇ, ਤੁਸੀਂ ਬੜੀ ਅਹਿਮ ਔਰ ਬੜੀ ਨਬੀਤੁਲੀ ਮਾਲੂਮਾਤ ਦਿੱਤੀ ਹੈ। ਕੋਈ ਐਸੀ ਗੱਲ ਇੱਥੋਂ ਦੂਸਰੇ ਸ਼ਹਿਰਾਂ ਤੋਂ ਜਾ ਕੇ ਉੱਥੋਂ ਡੰਗਰ ਲਿਆਉਣ ਦੇ ਹਵਾਲੇ ਨਾਲ ਕੋਈ ਖਾਸ ਔਰ ਅਹਿਮ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਿਆ ਔਰ ਤੁਹਾਡੇ ਜ਼ਿਹਨ ਵਿੱਚ ਹੈ ਕਿ ਇਹ ਕੰਮ ਕਰੋ ਤੇ ਤੁਹਾਡਾ ਨੁਕਸਾਨ ਨਹੀਂ ਹੋਏਗਾ, ਆਪਣੇ ਤੌਰ ਤੇ ਇੱਕ ਸਦਕਾ ਜਾਰੀਆ ਤੌਰ ਤੇ ਸਾਨੂੰ ਦੱਸ ਦਿਓ। ਤਾਂ ਜੀ ਮੈਂ ਇਹ ਗੱਲ ਕਹਿਣਾ ਵੀ ਅਗਰ ਤੁਸੀਂ ਉੱਥੋਂ ਡੰਗਰ ਲੈਣ ਜਾਂਦੇ ਆ, ਸਭ ਤੋਂ ਪਹਿਲੇ ਤੁਹਾਡਾ ਕੋਈ ਉੱਥੇ ਅਜ਼ੀਜ਼ ਰਿਸ਼ਤੇਦਾਰ ਭੈਣ ਭਾਈ ਹੋਣਾ ਚਾਹੀਦਾ ਵਾ ਕਿ ਜਿਹੜਾ ਤੁਹਾਨੂੰ ਤਾਂ ਕਿ ਟੁਰ ਫਿਰ ਕੇ ਅੱਛਾ ਡੰਗਰ ਲੈ ਕੇ ਦੇ ਸਕੇ ਤੇ ਆਪਣੇ ਇਤਮਾਦ ਵਾਲੇ ਬੰਦੇ ਕੋਲੋਂ ਲੈ ਕੇ ਦੇ ਸਕੇ। ਭਾਵੇਂ ਕਿ ਸਫ਼ਰ ਦੇ ਵਿੱਚ ਜਾ ਬੜੇ ਜ਼ਾਇਆ ਹੁੰਦੇ ਨੇ, ਇਹਨੂੰ ਬਚਾਉਣ ਦਾ ਕੋਈ ਤਰੀਕਾ ਵੀ ਦੱਸੋ। ਗੱਡੀ ਵਿੱਚ ਸਫ਼ਰ ਵਿੱਚ ਜਾ ਅਕਸਰ ਜ਼ਾਇਆ ਹੋ ਜਾਂਦੇ ਨੇ। ਪਹਿਲੇ ਇੱਕ ਤੇ ਉਹਨਾਂ ਨੂੰ ਜਦੋਂ ਬੰਨ੍ਹਦੇ ਤੁਸੀਂ ਉਦੋਂ ਤਰੀਕਾ ਘਰ ਇਹ ਹੋਣਾ ਚਾਹੀਦਾ ਕਿ ਵੀ ਮੱਝਾਂ ਦੇ ਪੈਰਾਂ ਦੇ ਥੱਲੇ ਜਾ ਤੁਹਾਡੇ ਨਾ ਆ ਸਕਣ। ਅਗਰ ਤੁਹਾਡਾ ਕੋਲੇ ਟੂਲ ਵਾਲੀ ਗੱਡੀ ਹੈ, ਟਰੱਕ ਹੈ, ਤਾਂ ਬੱਚੇ ਕੋਸ਼ਿਸ਼ ਕਰੋ ਵੀ ਅਸੀਂ ਟੂਲ ਤੇ ਜਾਂ ਜਿਹੜਾ ਉੱਤੇ ਮੰਜਾ ਲੱਗਾ ਹੁੰਦਾ ਹੈ ਵੀ ਉਹਦੇ ਉੱਤੇ ਬੱਚੇ ਰੱਖ ਲਈਏ। ਇੱਕ ਤਾਂ ਗਰਮੀ ਤੋਂ ਬਚ ਜਾਣਗੇ, ਦੂਸਰਾ ਉਹ ਮਾਲ ਦੇ ਪੈਰਾਂ ਦੇ ਥੱਲੇ ਆਉਣ ਤੋਂ ਜਿਹੜਾ ਨਾ ਮਹਿਫੂਜ਼ ਰਹਿ ਜਾਣਗੇ। ਬਹੁਤ ਸ਼ੁਕਰੀਆ ਜੀ, ਤੁਸੀਂ ਬੜੀ ਅਹਿਮ ਔਰ ਕੀਮਤੀ ਮਾਲੂਮਾਤ ਦਿੱਤੀ ਹੈ। ਔਰ ਸਿਆਲਕੋਟ ਦੇ ਕੋਈ ਵਪਾਰੀ ਹੈ ਨੇ ਜਿਹੜੇ ਤੋਂ ਜਾਂਦੇ ਨੇ ਔਰ ਤੁਹਾਡੇ ਨਾਲ ਜਾ ਕੇ ਤੇ ਜੀ ਬਿਲਕੁਲ ਜਾਂਦੇ ਆ ਜੀ ਮੇਰੇ ਨਾਂ ਕੋਲੇ। ਦੱਸ ਦਿਓ ਜ਼ਰਾ ਉਹਨਾਂ ਦਾ। ਹਾਂਜੀ, ਮੁਹੰਮਦ ਯੂਸਫ ਜੱਟ ਆਂਦਾ ਜੀ ਵਜ਼ੀਰਾਬਾਦ ਤੋਂ। ਨਾਜ਼ਰੀਨ, ਤੁਸੀਂ ਬੁੱਢਾ ਸਾਹਿਬ ਦੀਆਂ ਗੱਲਾਂ ਸੁਣੀਆਂ ਨੇ ਔਰ ਵਪਾਰੀਆਂ ਦੇ ਨਾਮ ਵੀ ਸੁਣ ਲਏ ਨੇ, ਉਹਨਾਂ ਦਾ ਅਤਾ ਪਤਾ ਵੀ ਪੁੱਛ ਲਿਆ। ਉਮੀਦ ਹੈ ਕਿ ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਔਰ ਅੱਛੀਆਂ ਮੱਝਾਂ ਉੱਥੋਂ ਜਾ ਕੇ ਲਿਆ ਸਕਦੇ ਹੋ। ਬਹੁਤ ਸ਼ੁਕਰੀਆ ਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ।